इस बहन की ओवरीज में बहुत सारी पानी वाली मल्टीपल रसौलियां हैं और हस्बैंड के जो स्पर्म है, शुक्राणु है, वो बिल्कुल जीरो हो चुके हैं। किन्ने बच्चे ਤੁਹਾਡੇ ਡੈਡ ਹੋਏ ਤੇ ਮਿਸਕੈਰੇਜ ਨਾਲ? 5 10 ਡਾਕਟਰ ਚੇਂਜ ਕੀਤੀ, ਫਿਰ ਤੀਸਰਾ ਪ੍ਰੈਗਨੈਂਸੀ 2021 ਚ, ਹਾਂਜੀ ਚੌਥੀ 2022 ਚ, ਹਾਂਜੀ ਪੰਜਵੀਂ 2023 ਚ। ਹਾਂਜੀ ਟੋਟਲ 5 ਪ੍ਰੈਗਨੈਂਸੀਆਂ ਤੁਹਾਡੀਆਂ ਮਿਸਕੈਰੇਜ ਹੋਈਆਂ। ਸੇਮ ਅਟੈਕ ਆਂਦਾ ਸੀ, ਡ੍ਰੀਮ ਆਂਦਾ ਸੀ ਹਾਂਜੀ ਕਿ ਤੁਹਾਡਾ ਬੱਚਾ ਬੈੱਡ ਤੋਂ ਡਿੱਗ ਗਿਆ ਤੇ ਕੋਈ ਲੇਡੀ ਉਹਨੂੰ ਚੱਕ ਕੇ ਲੈ ਗਈ ਹੈ। ਹਾਂਜੀ। अपोस्टल जी, इस बहन का नाम पूजा है और साथ में इनके हस्बैंड है, ये बटाला के रहने वाले हैं। 30 मार्च 2015 को इनकी शादी हुई थी और उसके बाद जब इन्होंने बेबी के लिए सोचा तो मई 2015 में 2 महीने बाद जब ये बहन प्रेग्नेंट हुए तो प्रेगनेंसी जब कंसीव हुई तो उसके दौरान इनको अजीब अजीब सी घटनाएं इनके साथ होना शुरू हो गई। डरावने सपने आना और इनको ब्लड नज़र आता था और उसके बाद इनका जो बेबी था वो पेट के अंदर ही डेड हो चुका था। जैसे ही वो ड्रीम आया अगले दिन ब्लीडिंग हुई और इनका बच्चा पेट के अंदर ही मर गया। और उसके बाद अपोस्टल जी दूसरी बार जब ये बहन जुलाई 2015 में फिर से इन्होंने कंसीव किया तो फिर से सेम हालात इनके साथ हुए, फिर से बच्चा पेट के अंदर ही डेड हो गया और उसके बाद प्रेगनेंसी कंसीव होना टोटली बंद हो चुकी थी और पीरियड्स इरेगुलर हो गए। 4-4 5-5 महीने के बाद पीरियड्स आते थे और जिसकी वजह से हस्बैंड वाइफ जब डॉक्टर के पास गए, जब टेस्ट हुए तो पता चला कि इस बहन की ओवरीज में बहुत सारी पानी वाली मल्टीपल रसौलियां हैं और हस्बैंड के जो स्पर्म है, शुक्राणु है, वो बिल्कुल जीरो हो चुके हैं। जब भी आपको प्रेगनेंसी होता था, गर्भवती होती थी आप, तो आपको सपना आता था? यस, क्या सपना आता था? ऐसे ही जैसे खून दिखता है। खून दिखदा सीगा ਤੇ ਫਿਰ ਜਦੋਂ ਖੂਨ ਸੁਪਨੇ 'ਚ ਦਿਖਦਾ ਸੀਗਾ ਹਾਂਜੀ। ਤੇ ਫਿਰ ਅਸਲੀ 'ਚ ਕੀ ਹੁੰਦਾ ਸੀ ਉਦੋਂ? ਅਸਲੀ 'ਚ ਇਸ ਤਰ੍ਹਾਂ ਹੁੰਦਾ ਸੀ ਕਿ ਮੈਂ ਜਿਸ ਤਰ੍ਹਾਂ ਸੁਪਨਾ ਆਉਂਦਾ ਸੀ ਤੇ ਉਹ ਸੱਚ ਹੋ ਜਾਂਦਾ ਸੀ। ਕੀ ਸੁਪਨਾ ਆਉਂਦਾ ਸੀਗਾ? ਕਿ ਜਿਸ ਤਰ੍ਹਾਂ ਮੇਰਾ ਮਿਸਕੈਰੇਜ ਹੋ ਗਿਆ। ਤੇ ਉਹ ਜਦੋਂ ਉੱਠਦੇ ਸੀਗੇ ਤੇ ਮਿਸਕੈਰੇਜ ਹੋ ਜਾਂਦਾ ਸੀ? ਹਾਂਜੀ। ਕਿੰਨੇ ਬੱਚੇ ਤੁਹਾਡੇ ਡੈਡ ਹੋਏ ਤੇ ਮਿਸਕੈਰੇਜ ਨਾਲ? 5 5 ਬੱਚੇ ਤੁਹਾਡੇ ਡੈਡ ਹੋਏ ਟੋਟਲ। 2 ਪਹਿਲਾਂ, ਹਾਂਜੀ। ਉਸ ਤੋਂ ਬਾਅਦ 2023 ਦੇ ਵਿੱਚ ਹੋਇਆ ਇੱਕ, ਹਾਂਜੀ ਉਸ ਤੋਂ ਬਾਅਦ 23 ਚ, 24 ਚ, ਹਾਂਜੀ ਟੋਟਲ ਹਾਂਜੀ 5 ਬੱਚੇ ਤੁਹਾਡੇ ਡੈਡ ਹੋਏ। ਹਾਂਜੀ। ਜਦੋਂ ਇੰਨੇ ਬੱਚੇ ਮਰੇ ਤੇ ਤੁਹਾਡੀ ਜ਼ਿੰਦਗੀ ਦੀ ਹਾਲਤ ਕਿਹੋ ਜਿਹੀ ਸੀਗੀ? ਕਿੱਦਾਂ ਦੀ ਜ਼ਿੰਦਗੀ ਹੋ ਗਈ ਸੀ ਤੁਹਾਡੀ? ਇੱਕਦਮ ਖਾਲੀ ਸੁਨਸਾਨ ਵਰਗੀ। ਬਹੁਤ ਬੁਰਾ ਲੱਗਦਾ ਸੀ। ਤੁਸੀਂ ਪੁਲਿਸ ਸਟੇਸ਼ਨ ਗਏ ਸੀਗੇ? ਹਾਂਜੀ। ਕੀ ਕਰਨ ਗਏ ਸੀਗੇ? ਅਸੀਂ ਇੱਕ ਦੂਜੇ ਨੂੰ ਲੇਖ ਲਗਾ ਦੇ ਤੇ ਤਲਾਕ ਦੇ ਦਿੱਤਾ। ਕਿ ਤੁਸੀਂ ਰਹਿਣਾ ਨਹੀਂ ਚਾਹੁੰਦੇ? ਕਿਉਂ ਨਹੀਂ ਰਹਿਣਾ ਚਾਹੁੰਦੇ ਨਾਲ? ਐਦਾਂ ਹੀ ਝਗੜਾ ਹੁੰਦਾ ਸੀ ਆਪਸ ਚ ਦੋਨਾਂ ਜੀਆਂ ਦਾ। ਕਿ ਬੱਚਾ ਨਹੀਂ ਹੋ ਰਿਹਾ ਹੈਗਾ? ਨਹੀਂ। ਤੇ ਜ਼ਿੰਦਗੀ 'ਚ ਉਦਾਂ ਤੁਹਾਡੇ ਕੀ ਹਾਲਾਤ ਸੀ? ਕੀ ਹੋਰ ਲੜਾਈ ਝਗੜੇ ਤੋਂ ਇਲਾਵਾ ਕੀ ਸੋਚਦੇ ਸੀਗੇ ਤੁਸੀਂ? ਬਸ ਜੀ ਇਹ ਨਾ ਬਹੁਤ ਪਰੇਸ਼ਾਨ ਰਹਿੰਦੇ ਸਾਡੇ, ਬਾਰ-ਬਾਰ ਮਿਸਕੈਰੇਜ ਹੋ ਜਾਂਦੇ ਸੀ। ਇਹ ਜਿੱਦਾਂ ਇਕੱਲੇ ਇਹਨਾਂ ਨੇ ਘਰ ਰਹਿਣਾ ਤੇ ਰੋਂਦੇ ਰਹਿਣਾ, ਬੜਾ ਇਹ ਨਾਲ ਗੱਲਬਾਤ ਨਹੀਂ ਕਰਨੀ, ਬਹੁਤ ਪਰੇਸ਼ਾਨ ਹੋ ਗਏ। ਹਾਂ। ਤੇ ਬਾਰ-ਬਾਰ ਜਦੋਂ ਆਪਾਂ ਵੀ ਕੋਈ ਗੱਲ ਕਰਨੀ ਇਦਾਂ ਵੀ ਲੜਾਈ ਝਗੜਾ ਬਹੁਤ ਹੁੰਦਾ ਸੀ ਤੇ ਫਿਰ ਇਹਨਾਂ ਨੇ ਆਪੇ ਹੀ ਮਤਲਬ ਕਿ ਥਾਣੇ ਚਲ ਜਾਣਾ ਝਗੜਾ ਕਰਕੇ। ਕੀ ਕਰਨਾ? ਝਗੜਾ ਕਰਕੇ ਜਿੱਦਾਂ ਥਾਣੇ ਚਲ ਜਾਣਾ। ਅੱਛਾ। ਕਹਿਣਾ ਕਿ ਮੈਂ ਰਹਿਣਾ ਨਹੀਂ ਆ, ਮੈਂ ਮਤਲਬ ਕਿ ਅਲੱਗ ਰਹਿਣਾ। ਐਂਜ਼ਾਈਟੀ ਦੇ ਅਟੈਕ ਹੋਣਾ, ਸੁੱਧ-ਬੁੱਧ ਨਾ ਰਹਿਣਾ, ਜ਼ੁਬਾਨ ਬੰਦ, ਇਹ ਕੌਣ ਸੀਗਾ? ਇਹ ਇਹਨਾਂ ਦੇ ਹੋ ਜਾਂਦਾ ਸੀ। ਇਹਨਾਂ ਦੇ ਤੁਹਾਡੇ ਵਾਈਫ ਦੇ ਸੀਗਾ? ਡਿੱਗ ਜਾਂਦੇ ਹੁੰਦੇ ਟੈਨਸ਼ਨ ਨਾਲ। ਅੱਛਾ। ਟੈਨਸ਼ਨ ਦੇ ਨਾਲ ਡਿੱਗ ਜਾਂਦੇ ਹੁੰਦੇ ਹਾਂ। ਤੇ ਬਿਮਾਰ ਰਹਿਣਾ ਜ਼ਿਆਦਾ ਜਾਣੇ, ਬਹੁਤ ਜ਼ਿਆਦਾ। ਹਾਂ। ਤੇ ਫਿਰ ਬਾਅਦ ਵਿੱਚ ਇਹ ਕਹਿੰਦੇ ਕਿ ਆਪਾਂ ਮਤਲਬ ਕਿ ਰਹਿਣਾ ਨਹੀਂ। ਮੈਂ ਫਿਰ ਇਹਨਾਂ ਨੇ ਔਰ ਪੁਲਿਸ ਸਟੇਸ਼ਨ ਚਲੇ ਜਾਣਾ ਔਰ ਉੱਥੇ ਜਾ ਕੇ ਔਰ ਦੱਸਣਾ ਕਿ ਮੈਂ ਉੱਥੇ ਰਹਿਣਾ ਨਹੀਂ ਚਾਹੁੰਦੀ ਹੈ। ਰਹਿਣਾ ਨਹੀਂ ਆ। ਫਿਰ ਉਹਨਾਂ ਨੇ ਲਿਖ ਕੇ ਦੇ ਦਿੱਤਾ ਮੈਨੂੰ ਤਲਾਕ। ਤੇ ਉਸ ਤੋਂ ਬਾਅਦ ਫਿਰ ਮੈਂ ਉਹ ਜਿਹੜਾ ਇਹ ਤਲਾਕ ਦੇ ਸਮੇਂ ਤੋਂ ਪਹਿਲਾਂ ਹਾਂਜੀ ਕਿੰਨੇ ਬੱਚੇ ਮਰ ਚੁੱਕੇ ਸੀ ਟੋਟਲ? ਪਹਿਲਾਂ ਤੇ 2 ਮਿਸਕੈਰੇਜ ਪਹਿਲਾਂ ਹੀ ਹੋਏ ਜਦੋਂ ਮੈਂ ਪਹਿਲਾਂ ਹੋਏ। ਉਸ ਤੋਂ ਬਾਅਦ? ਹਾਂਜੀ ਉਸ ਤੋਂ 4-5 ਸਾਲ ਬਾਅਦ ਫਿਰ ਸਾਡੇ ਕੋਈ ਪ੍ਰੈਗਨੈਂਸੀ ਨਹੀਂ ਠਹਿਰੀ। ਉਸ ਤੋਂ ਬਾਅਦ ਪ੍ਰੈਗਨੈਂਸੀ ਫਿਰ ਹੋਈ ਤੇ ਫਿਰ ਮਿਸਕੈਰੇਜ ਹੋਏ। ਹਾਂਜੀ ਫਿਰ ਮਿਸਕੈਰੇਜ ਟੋਟਲ 5 ਮਿਸਕੈਰੇਜ ਹੋਏ। ਹਾਂਜੀ। ਤੇ ਇੱਕ 2024 ਦੇ ਵਿੱਚ ਜਦੋਂ ਆਪਾਂ ਆਏ ਆ ਨਾ 5ਵੇਂ ਮਹੀਨੇ, ਉਦੋਂ ਇੱਥੇ ਵੀ ਇੱਕ ਸਾਡਾ ਮਿਸਕੈਰੇਜ ਹੋਇਆ। ਓਕੇ। ਜਦੋਂ ਤੁਸੀਂ ਆਏ ਹੋ ਉਦੋਂ ਵੀ ਮਿਸਕੈਰੇਜ ਹੋਣ ਤੋਂ ਬਾਅਦ ਤੁਸੀਂ ਚਰਚ ਆਏ ਹੋ? ਲੈ ਸਾਡੀ ਲੇਕਿਨ ਤੁਸੀਂ ਟੋਟਲ ਕਿੰਨੇ ਬੱਚੇ ਮਰੇ? 5। 5 ਟੋਟਲ 5 ਬੱਚੇ ਮਰੇ ਤੁਹਾਡੇ? ਹਾਂਜੀ। ਓਕੇ। ਲੋਕੀ ਤੁਹਾਡੇ ਨਾਲ ਬਿਹੇਵ ਕਿਹੋ ਜਿਹਾ ਕਰਦੇ ਸੀ ਜਦੋਂ ਬੱਚਾ ਹੈ ਨਹੀਂ ਸੀ ਤੁਹਾਡੇ ਵੱਲ? ਇਸ ਤਰ੍ਹਾਂ ਆਪਣੇ ਬੱਚੇ ਲਗਾ ਕੇ ਮੇਰੇ ਤੋਂ ਖੜਦੇ ਹੁੰਦੇ ਸੀ ਤੇ ਕੱਪੜਿਆਂ ਤੋਂ ਵੀ ਵਿਚਾਰ ਕਰਨੀ ਕਿ ਇਹਦੇ ਕੱਪੜੇ ਨਹੀਂ ਪਾਣੇ, ਇਹਨੂੰ ਮਤਲਬ ਕਿ ਦੂਰ ਰੱਖਣਾ। ਸੱਦਦੇ ਨਹੀਂ ਹੁੰਦੇ ਸੀ ਸਾਨੂੰ ਕੋਈ ਵਿਆਹ ਸ਼ਾਦੀ 'ਚ। ਅੱਛਾ। ਸੱਦਦੇ ਨਹੀਂ ਸੀ ਕਿ ਵਿਆਹ ਸ਼ਾਦੀ 'ਚ? ਹਾਂਜੀ। ਹਾਂ। ਕੁਝ ਨਹੀਂ, ਇਹ ਕਹਿੰਦੇ ਸੀ ਕਿ
ਇਹਦੇ ਬੱਚਾ ਹੈ ਨਹੀਂ ਆ, ਪਤਾ ਨਹੀਂ ਹੋਣਾ ਕਿ ਨਹੀਂ, ਇਸ ਤਰ੍ਹਾਂ ਕਹਿੰਦੇ ਹੁੰਦੇ ਸੀ ਕਿ ਪਹਿਲਾ ਜਿਹੜਾ ਬੱਚਾ ਪ੍ਰੈਗਨੈਂਸੀ ਹੋਈ ਸੀ 2015 ਚ ਹੋਈ ਸੀਗੀ। ਹਾਂਜੀ ਦੂਸਰੀ ਜਦੋਂ ਹੋਈ ਫਿਰ ਉਹ ਵੀ 2015 ਚ ਹੀ ਹੋਈ। ਹਾਂਜੀ ਫਿਰ 5 ਸਾਲ ਤੁਸੀਂ ਦਵਾਈ ਖਾਧੀ। ਦਵਾਈ ਕਿੰਨੇ ਡਾਕਟਰ ਚੇਂਜ ਕੀਤੇ ਤੁਸੀਂ? ਘੱਟ ਤੋਂ ਘੱਟ 10 ਕੀਜੀਏ। 10 ਡਾਕਟਰ ਚੇਂਜ ਕੀਤੀ। ਫਿਰ ਤੀਸਰਾ ਪ੍ਰੈਗਨੈਂਸੀ 2021 ਚ, ਹਾਂਜੀ ਚੌਥੀ 2022 ਚ, ਹਾਂਜੀ ਪੰਜਵੀਂ 2023 ਚ। ਹਾਂਜੀ ਟੋਟਲ 5 ਪ੍ਰੈਗਨੈਂਸੀਆਂ ਤੁਹਾਡੀਆਂ ਮਿਸਕੈਰੇਜ ਹੋਈਆਂ। ਸੇਮ ਅਟੈਕ ਆਂਦੇ ਸੀ, ਡ੍ਰੀਮ ਆਂਦਾ ਸੀ ਹਾਂਜੀ ਕਿ ਤੁਹਾਡਾ ਬੱਚਾ ਬੈੱਡ ਤੋਂ ਡਿੱਗ ਗਿਆ ਤੇ ਕੋਈ ਲੇਡੀ ਉਹਨੂੰ ਚੱਕ ਕੇ ਲੈ ਗਈ ਹੈ ਹਾਂਜੀ ਤੇ ਉਹ ਕਹਿੰਦੀ ਸੀ ਮੈਂ ਤੇਰਾ ਬੱਚਾ ਨਹੀਂ ਹੋਣ ਦਵਾਂਗੀ ਹਾਂਜੀ ਤੇ ਜ਼ਮੀਨ ਤੇ ਬਲੱਡ ਨਜ਼ਰ ਆਉਂਦਾ ਸੀ। ਹਾਂਜੀ ਉਸ ਤੋਂ ਬਾਅਦ ਬਲੀਡਿੰਗ ਸਟਾਰਟ ਹੋ ਜਾਂਦੀ ਸੀਗੀ ਹਾਂਜੀ ਤੇ ਬੇਬੀ ਮਰ ਜਾਂਦਾ ਸੀ। ਹਾਂਜੀ ਉਹਦੀ ਵਜ੍ਹਾ ਨਾਲ ਤੁਸੀਂ ਮੈਂਟਲੀ ਅਪਸੈਟ ਹੋ ਗਏ ਤੁਸੀਂ। ਹਾਂਜੀ ਜਦੋਂ ਤੁਸੀਂ ਚਰਚ ਆਏ ਹੋ ਉਦੋਂ ਤੱਕ ਤੁਸੀਂ ਕਿੰਨੇ ਸਾਲ 5 ਸਾਲ ਦਵਾਈ ਖਾ ਕੇ ਦੇਖ ਲਿਆ ਸੀ? ਹਾਂਜੀ 10 ਡਾਕਟਰ ਬਦਲ ਕੇ ਦੇਖ ਲਏ ਸੀ। ਹਾਂਜੀ ਮੈਡੀਕਲ ਟ੍ਰੀਟਮੈਂਟ ਵੀ ਕਰਾ ਕੇ ਦੇਖ ਲਿਆ ਸੀਗਾ। ਹਾਂਜੀ ਰਸੌਲੀਆਂ ਵੀ ਤੁਹਾਡੇ ਸਕੈਨਿੰਗ ਚਾਹੀਆਂ। ਹਾਂਜੀ। ਬੱਚੇ ਡੈੱਡ ਹੋਏ। ਦੱਸਿਆ ਕਿੰਨੇ ਚਰਚ ਬਾਰੇ ਤੁਹਾਨੂੰ? ਚਰਚ ਬਾਰੇ ਬਾਬਾ ਪਹਿਲਾਂ ਵੀ ਪਤਾ ਸੀ ਵੈਸੇ। ਅੱਛਾ। ਤੇ ਪਹਿਲਾ ਕਰੂਸਡ ਆਪਾਂ ਧਾਰੀਵਾਲ ਵੇਖਿਆ, ਕਰੂਸਡ ਸਾਰੇ ਵੇਖੇ। ਚਰਚ ਨਾਲ ਆਪਾਂ 2018 ਤੋਂ ਜੁੜੇ ਸੀ, ਕਾਫੀ ਚਿਰ ਦੇ ਹੀ। ਚਰਚ ਬਾਰੇ ਪਤਾ ਸੀਗਾ। ਹਾਂਜੀ, ਪਰ ਸਾਡੀ ਨਾ ਥੋੜੀ ਪੈਸੇ ਦੀ ਪ੍ਰੋਬਲਮ ਕਰਕੇ ਜਿੱਦਾਂ ਆਪਾਂ ਬ੍ਰਾਂਚਾਂ 'ਚ ਬਾਅਦ ਚੋਂ ਜਾਣ ਡੈ ਪਏ। ਜਦੋਂ ਸਾਡੇ ਕੋਲ ਪੈਸੇ ਹੁੰਦੇ ਆਪਾਂ ਇੱਧਰ ਆਉਣਾ ਸ਼ੁਰੂ ਕਰ ਦਿੰਦੇ ਰਹੇ ਹਾਂ। फिर 2024 ਚ ਆਪਾਂ लगातार ही आए हैं, लगातार ही। ओके। और अपोस्टल जी जब इन्होंने चर्च में आना शुरू किया तो गवाहियां सुनी और इनका विश्वास बढ़ना शुरू हुआ। फिर 23 मई 2024 की जब इन्होंने मीटिंग को अटेंड किया और ओके, उस मीटिंग ਨੂੰ ਅਟੈਂਡ ਕੀਤਾ ਇਹਨਾਂ ਨੇ। ਹਾਂਜੀ जी बस ਉਹਦੇ ਵਿੱਚ ਇਨਸਟਰਕਸ਼ਨਸ ਦਿੱਤੀਆਂ ਸੀ ਖਾਸ। ਹਾਂਜੀ तो बाइबल कहती मुंह से क्या करना? आपने 30 रोजे रखने कल से। कितने? 5 बजे तक। आपको 4 अनॉइंटिंग ऑयल आपने लेके जाने 4-4। हर हफ्ते में एक अनॉइंटिंग ऑयल खत्म करना है, सिर पे लगाना है उसको। हफ्ते में एक खत्म कर देना। अगर ज़्यादा है तो ज़्यादा ले जाओ, 4-4 आज ले जाओ, फिर रिसेप्शन से और ले जाना, कोई प्रॉब्लम नहीं है। ओके। 30 रोजे रखने 5 बजे तक और 30 रोजों में आपने 2.5 घंटे रोज प्रार्थना करके अंगीकार करना है कि मेरे अंदर से दुष्ट आत्मा जा चुका है और मैं परमेश्वर की संतान हूं। मुझे शैतान के ऊपर अधिकार दिया। आज के बाद शैतान मेरी जिंदगी में वापस कभी नहीं आएगा। शैतान चाहे कुछ भी करे आपके साथ, आपका सिर फिर भारी करे, फिर उल्टी आए, कोई प्रॉब्लम नहीं, अंगीकार करते रहो। इस 30 दिन में आप यहां खड़े होंगे गवाही के साथ। ਜਦੋਂ ਅਸੀਂ ਪ੍ਰਾਰਥਨਾ ਰਿਸੀਵ ਕੀਤੀ ਤੇ ਫਿਰ ਮੈਂ ਘਰ ਗਈ ਤੇ ਆਪਾਂ ਮਹੀਨੇ ਬਾਅਦ नो तुही फास्टिंग की थी, ਹਾਂਜੀ रोजे रखे। ਹਾਂਜੀ अपोस्टल जी इन्होंने सेम इंस्ट्रक्शंस फॉलो करी जैसा आपने बोला था। अनॉइंटिंग ऑयल इन्होंने इस्तेमाल किया, फास्टिंग रखे दोनों ने। और अपोस्टल जी आपने बोला था कि 30 दिन तक आपने फास्टिंग रखनी है और 17 दिन के बाद जब चेक किया ओके, खास चीज मैं बताना चाहता हूं। हीलिंग हो गई मेरे को पता है, बच्चा हाथ में है, सब दिख रहा है। खास चीज क्या है? इन्होंने कहा जब ये डिलीवरेंस के लिए यहां मौजूद थे, इन्होंने कहा कि उसी दिन शैतान इनको छोड़ के गया। उसी दिन। हाँ? 2023 उसी दिन 23 मई ਨੂੰ। ਹਾਂਜੀ 23 ਮਈ ਨੂੰ ਬਿਲਕੁਲ ਠੀਕ ਹੋ ਗਈ। 23 ਮਈ ਨੂੰ ਵੀਡੀਓ ਵੀ ਆ ਗਈ ਉਹਨਾਂ ਦੀ। ਹਾਂਜੀ। ਤੇ 23 ਤਰੀਕ ਨੂੰ ਮੈਂ ਕਿਹਾ ਕਿ ਅੱਗੇ ਬੁਲਾਇਆ ਸੀ ਤੁਸੀਂ ਤੇ ਉਸ ਦਿਨ ਠੀਕ ਹੋ ਗਏ ਸੀ ਇਹ। 23 की ये मीटिंग थी ਹਾਂਜੀ 5ਵਾਂ ਮਹੀਨਾ 2000। और 23 तरीक ਨੂੰ ਕਹਿੰਦੇ मैं चंगा हो गया सी। ਹਾਂਜੀ सुनो, लेकिन परमेश्वर ने क्या कहा? परमेश्वर ने कहा इनको कहे घर जाना, अंगीकार करना कि शैतान मेरे अंदर नहीं है। क्यों? क्योंकि शैतान फिर वापस आएगा, फिर सिर पारा। मैं तो तेरे अंदर ही हां, मैं तो गया ही नहीं। हो शैतान तो मेरे अंदर ही है। जिद्दां ही तुसी मुंह तो कढ़िया उन्हें फिर अंदर आ जाना। ये वो घर है जो औरत पुलिस स्टेशन में जाकर लिखती थी मुझे ना साथ नहीं रहना, अकेले बातें करती थी, पागलों की तरह बिहेव करती थी, टेंशन में एंजाइटी के अटैक होते थे। एक औरत के अंदर से 5 मरे हुए बच्चे निकालना, ये ट्रॉमाटाइज, ये उसको ट्रॉमा कर देता है, दिमाग सदमा देता है। ये प्रेयर रिसीव की, अब शैतान अंदर नहीं है। परमेश्वर ने कहा नहीं, इनको ऐसे वापस मत भेजना। अगर तू इनको ऐसे वापस भेजेगा, इनका जब फिर सिर भारा होगा ये कहेंगे शैतान ने किया। तो परमेश्वर ने कहा इनको आगे बोला और बता 30 रोजे रखना और रोज बोलना मेरे अंदर शैतान नहीं है।
तुम्हारा सिर भारा हो, तुम्हारा फिर से वही कुछ हो, पर तुम्हारे मुंह से वही निकालना कि मेरे अंदर शैतान। यहां से गए 70वें रोजे में ये औरत प्रेग्नेंट थी, बेबी हाथ में, दिखा दो एक बार। हालेलुया हालेलुया हालेलुया, खड़का दो जरा ऊंची आवाज से। हालेलुया 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 हालेलुया। परमेश्वर के दास द्वारा दिए गए जीवित वचनों और बाइबल के गहरे आत्मिक रहस्यों को जानने के लिए आज ही हमारे YouTube चैनल को सब्सक्राइब करें, बेल आइकन को जरूर प्रेस करें ताकि परमेश्वर की नई आत्मिक शिक्षा, न्यू रेवलेशन सबसे पहले आप तक पहुंच सके।